ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਵਿਧਾਨ ਸਭਾ 'ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਮਤਾ ਇੱਕਮਤ ਨਾਲ ਪਾਸ। ਕੈਪਟਨ ਸਰਕਾਰ ਨੇ ਇੱਕ ਦਿਨ ਹੋਰ ਵਧਾਈ ਇਸ ਖਾਸ ਇਜਲਾਸ ਦੀ ਕਾਰਵਾਈ। ਕੈਪਟਨ ਦੀ ਕੇਂਦਰ ਨੂੰ ਵੱਡੀ ਚੁਣੌਤੀ, ਕਿਹਾ ਅਸਤੀਫਾ ਮੇਰੀ ਜੇਬ 'ਚ, ਡਿਸਮਿਸ ਕਰਨਾ ਹੈ ਤਾਂ ਕਰੋ, ਮੈਂ ਪਿੱਛੇ ਨਹੀਂ ਹਟਾਂਗਾ। ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ 'ਚ ਕੈਪਟਨ ਦੀ ਕੀਤੀ ਤਾਰੀਫ। ਕੈਪਟਨ ਸਰਕਾਰ ਦੇ ਫੈਸਲੇ ਨੂੰ ਦੱਸਿਆ ਮੋਦੀ ਸਰਕਾਰ ਦੇ ਮੂੰਹ ਤੇ ਚਪੇੜ। ਆਮ ਆਦਮੀ ਪਾਰਟੀ ਨੇ ਕੀਤੀ ਕੈਪਟਨ ਦੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਮਤੇ ਦਾ ਸਮਰਥਨ। ਅਮਨ ਅਰੋੜਾ ਤੇ ਕੁਲਤਾਰ ਸੰਧਵਾ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਦਾਣਾ ਚੁੱਕਣ ਦੀ ਗਰੰਟੀ ਹੋਣੀ ਚਾਹੀਦੀ ਹੈ। ਅਤੇ ਕਿਸਾਨ ਜਥੇਬੰਦੀਆਂ ਕੱਲ੍ਹ ਕਰਨਗੀਆਂ ਚੰਡੀਗੜ੍ਹ 'ਚ ਮੀਟਿੰਗ। ਕਿਸਾਨ ਅੰਦੋਲਨ ਦੀ ਅਗਲੀ ਰੂਪਰੇਖਾ ਬਾਰੇ ਕੀਤਾ ਜਾਏਗਾ ਵੱਡਾ ਫੈਸਲਾ। ਤੇ ਹੁਣ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ 'ਚ ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪੇਸ਼ ਕਰ ਦਿੱਤੇ ਨੇ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਬਿੱਲ ਪੇਸ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਦੀ ਕਿਸਾਨੀ ਨਾਲ ਖੜੀਏ। ਉਹਨਾਂ ਕੇਂਦਰ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਅਸਤੀਫਾ ਦੇਣ ਵਿੱਚ ਵੀ ਝਿਜਕਣਗੇ ਨਹੀਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਉਹਨਾਂ ਦੀ ਸਰਕਾਰ ਨੂੰ ਬਰਖਾਸਤ ਕਰ ਸਕਦੀ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਈ। ਸਭ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ। ਵਿਰੋਧੀਆਂ ਵੱਲੋਂ ਬਿੱਲ ਦੀ ਕਾਪੀ ਨਾ ਦਿੱਤੇ ਜਾਣ ਤੇ ਇਤਰਾਜ਼ ਉੱਤੇ ਉਹਨਾਂ ਜਵਾਬ ਦਿੱਤਾ ਕਿ ਬਿੱਲ ਦਾ ਖਰੜਾ ਤਿਆਰ ਕਰਨ 'ਚ ਸਮਾਂ ਲੱਗਦਾ ਹੈ। ਐਮਰਜੈਂਸੀ ਸੈਸ਼ਨ 'ਚ ਬਿੱਲ ਦੀ ਕਾਪੀ ਤੁਰੰਤ ਨਹੀਂ ਦਿੱਤੀ ਜਾਂਦੀ। ਇਸ ਤੋਂ ਬਾਅਦ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਚਰਚਾ ਸ਼ੁਰੂ ਹੋਈ। ਉਹਨਾਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਮਤਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ 3 ਵਾਰ ਚਿੱਠੀ ਲਿਖ ਕੇ ਖੇਤੀਬਾੜੀ ਬਿੱਲਾਂ ਤੇ ਮੋਹਰ ਨਾ ਲਾਉਣ ਬਾਰੇ ਲਿਖਿਆ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ 3 ਬਿੱਲ ਪੇਸ਼ ਕੀਤੇ। ਉਹਨਾਂ ਕੇਂਦਰ ਦੇ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ। ਤਜਵੀਜ਼ ਸ਼ੁਦਾ ਬਿਜਲੀ ਸੋਧ ਬਿੱਲ 2020 ਖਿਲਾਫ ਵੀ ਉਹਨਾਂ ਮਤਾ ਪੇਸ਼ ਕੀਤਾ। ਇਸ ਦੌਰਾਨ ਉਹਨਾਂ ਮੁੜ ਦੁਹਰਾਇਆ ਕਿ ਉਹ ਅਸਤੀਫਾ ਦੇਣ ਤੋਂ ਨਹੀਂ ਡਰਦੇ, ਪਰ ਬੇਇਨਸਾਫੀ ਬਰਦਾਸ਼ਤ ਨਹੀਂ ਕਰ ਸਕਦੇ। ਉਹ ਕਿਸਾਨਾਂ ਦੇ ਨਾਲ ਡਟ ਕੇ ਖੜੇ ਰਹਿਣਗੇ। ਪੰਜਾਬ ਨੂੰ ਇਕੱਠਾ ਹੋਣਾ ਪਊ ਔਰ ਆਪਣੇ ਕਿਸਾਨੀ ਨਾਲ ਖੜਨਾ ਪਊ। ਖੜੇ ਪਤਾ ਇਹ ਹੌਲੀ ਪਰ ਆਪਾਂ ਕਾਨੂੰਨ ਕੀਤਾ, ਵੀ ਹੈਵ ਟੂ ਫੇਸ ਇਟ। ਸੈਂਟਰ ਨੇ ਇਹ ਕੰਮ ਕਰੀ ਨਾ ਕਰੇ। ਇਹ ਤੋਂ ਗਵਰਨਰ ਸਾਹਿਬ ਦੇਣਗੇ ਪਰ ਪਰਮਿਸ਼ਨ ਪਤਾ ਨਹੀਂ ਦੇਣਗੇ ਜਾਂ ਨਹੀਂ ਦੇਣਗੇ ਨਾ ਦੇ। ਫਿਰ ਇਹ ਜਾਣਾ ਪਾਰਲੀਮੈਂਟ को, प्रेसिडेंट को, राष्ट्रपति जी देंगे या नहीं देंगे, ये नहीं कहता समझ। लेकिन ਅਸੀਂ we will fight this। इस बैटल ਨੂੰ ਅਸੀਂ ਜਾਵਾਂਗੇ ਹਰ ਅਦਾਲਤ ਦੇ ਵਿੱਚ। ਸਾਨੂੰ ਲੋੜ ਪਈ एक गल मैं आपके राही दसना चाਹੁੰਦਾ साहब, मैं बहुत कुछ देखा है अपनी जिंदगी ਦੇ ਵਿੱਚ। 82 साल हो गए ने ਜਦੋਂ ब्लू स्टार होया ਸੀ ਉਦੋਂ ਮੈਂ ਅਸਤੀਫਾ ਦਿੱਤਾ ਪਾਰਲੀਮੈਂਟ। ਮੈਂ ਲੋਕ ਸਭਾ ਦੇ ਵਿੱਚ ਸੀ। ਕਿਉਂਕਿ ਮੈਂ ਸਮਝਦਾ 2 ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਆਪ ਹਮਾਰ ਕਿਸੇ ਦੇਸ਼ ਦੀ ਵਿਗੜ ਸਕਦੀ ਹੈ, ਕਿਸੇ ਸਰਕਾਰ ਦੀ ਵਿਗੜ ਸਕਦੀ ਹੈ ਔਰ ਦੇਸ਼ ਦੀ ਵਿਗੜ ਸਕਦੀ ਹੈ। ਇੱਕ ਧਾਰਮਿਕ ਟਕਰਾਓ ਔਰ ਇੱਕ ਅਗਰ ਤੁਸੀਂ ਕਿਸੇ ਦੇ ਪੇਟ ਤੇ ਤੁਸੀਂ ਲੱਤ ਮਾਰੋ। ਅੱਜ ਪੇਟ ਤੇ ਪਾਈ ਜਾ ਰਹੀ ਹੈ। ਮੈਂ ਉਦੋਂ ਅਸਤੀਫਾ ਦਿੱਤਾ। फिर बरनाला सरकार के वैसी एग्रीकल्चर देहाती विकास का वजीर उदों भी मैं अस्तीफा दिता जब उन्होंने बैंक खंडन किया। मैनू अस्तीफा देना कोई नहीं, मैंने अस्तीफा तो आप दिया जो मर्जी कर। मैं अपने वास्ते मैनू कढ़ना चाहते मैनू कढ़ दें, मैनू बदमाई मेरी सरकार आई हैव नो प्रॉब्लम। ਅਸੀਂ ਲੋਕਾਂ ਦੀ ਕਚਹਿਰੀ ਜਾਵਾਂਗੇ ਅਗਰ ਸਾਨੂੰ ਕढ़ ਲੈਣੇ ਕਰਦੇ। लेकिन बेइंसाफी जो हुई है सभी किसानों नाल, जिस तरीके नाल वितकरे इन्होंने कीते ने, जिस तरीके नाल गरीबों का पेट ते तुसीं लत्त मारे हो, अमरिंदर सिंह के सामने सिर नहीं झुकाओ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਨਿਕਲਿਆ ਤਾਂ ਚੀਨ ਅਤੇ ਪਾਕਿਸਤਾਨ ਵਰਗੇ ਦੁਸ਼ਮਣ ਮੁਲਕ ਇਕੱਠੇ ਹੋ ਕੇ ਫਾਇਦਾ ਚੁੱਕ ਸਕਦੇ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਇਹ ਲੜਾਈ ਜਾਰੀ ਰੱਖੇਗੀ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਵਿਗੜਨ।
ਮੈਂ ਕਿਹਾ ਸੀ ਪਹਿਲਾਂ ਕਿ ਲੋਕ ਕੁਝ ਕਹਿੰਦੇ ਨੇ ਕਿ ਤੁਸੀਂ ਇਹ ਗੱਲਾਂ ਕਿਉਂ ਕਰਦੇ ਹੋ, ਕਰਨੀਆਂ ਪੈਂਦੀਆਂ ਨੇ, ਪਰ ਮੈਂ ਔਖੀ ਘੜੀ ਦੇ ਵਿੱਚ ਪੰਜਾਬ ਦੇਖਿਆ। ਮੈਂ ਦੇਖਿਆ ਜਦੋਂ 35,000 ਪੰਜਾਬੀ ਇੱਥੇ ਉਹਨਾਂ ਨੂੰ ਡੁੱਬਿਆ ਸੀ ਪੰਜਾਬ। ਮੈਂ ਨਹੀਂ ਚਾਹੁੰਦਾ ਕਿ ਇਹ ਕੰਮ ਫੇਰ ਹੋਵੇ। ਔਰ ਸਾਡਾ ਗੁਆਂਢੀ ਮੁਲਕ ਕੋਈ ਮੌਕਾ ਨਹੀਂ ਛੱਡਦਾ ਜਦੋਂ ਤਾਈਂ ਇੱਥੇ ਆ ਕੇ ਕੋਈ ਰੌਲਾ ਨਹੀਂ ਪਾਉਂਦੇ। ਮੈਂ ਜਾਣਦਾ ਆਈ ਹੋਮ ਮਿਨਿਸਟਰ ਆਫ ਸਟੇਟ, ਮੈਨੂੰ ਪਤਾ ਹੈ ਕਿ ਕੀ ਕੁਝ ਹੋ, ਹਥਿਆਰ ਆਉਂਦੇ ਨੇ, ਕੈਸੇ ਆਉਂਦੇ ਨੇ, ਕਿੰਨੇ ਡਰੋਨ ਆਉਂਦੇ ਨੇ, ਕਿੰਨੇ ਆ ਚੁੱਕੇ, ਕਿੰਨੇ ਹਥਿਆਰ ਨੇ, ਕਿੰਨੇ ਟੈਰਰਿਸਟ ਅਸੀਂ ਫੜੇ ਨੇ, ਕਿੰਨੇ ਅਸੀਂ ਗੈਂਗਸਟਰ ਨੂੰ ਜਿਹੜੇ ਟੈਰਰਿਸਟਾਂ ਨਾਲ ਇਮੋਟੀ ਉਹਨਾਂ ਨੂੰ ਅਸੀਂ ਕਿੰਨਾ ਫੜਿਆ, ਸਭ ਕੁਝ ਦੇਖਿਆ ਸੀ। ਔਰ ਇਹ ਜਿਹੜਾ ਅਗਰ ਇਹਦਾ ਹੱਲ ਨਹੀਂ ਨਿਕਲਦਾ ਇਹ ਮੂਵਮੈਂਟ ਵਧੇਗੀ, ਕਵੇਗੀ ਨਹੀਂ। ਇਹ ਹੋਇਆ ਸੀ 1984, ਇਹ ਹੋਇਆ ਸੀ 90 ਦੇ ਵਿੱਚ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਮਤੇ ਮੁਤਾਬਕ ਕੇਂਦਰ ਦੇ ਨਵੇਂ ਖੇਤੀ ਕਾਨੂੰਨ ਭਾਰਤੀ ਸੰਵਿਧਾਨ ਦੇ ਵੀ ਵਿਰੁੱਧ ਨੇ, ਜਿਸ ਵਿੱਚ ਖੇਤੀਬਾੜੀ ਨੂੰ ਸੂਬੇ ਦਾ ਵਿਸ਼ਾ ਬਣਾਇਆ ਗਿਆ ਹੈ। ਇਹ ਕਾਨੂੰਨ ਸਿੱਧੇ ਤੌਰ ਤੇ ਰਾਜਾਂ ਦੇ ਅਧਿਕਾਰਾਂ ਉੱਤੇ ਹਮਲਾ ਹੈ ਤੇ ਦੇਸ਼ ਦੇ ਸੰਵਿਧਾਨ 'ਚ ਦਰਸਾਏ ਸੂਬਿਆਂ ਦੇ ਕੰਮਕਾਜ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨ ਦੀ ਚਾਲ ਹੈ। ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਲਈ ਤਿਆਰ ਹੋ ਗਏ ਨੇ ਕਿ ਕਿਸਾਨ ਅੰਦੋਲਨ ਨੇ ਸਿੱਧੂ ਤੇ ਕੈਪਟਨ ਵਿਚਾਲੇ ਦੂਰੀਆਂ ਖਤਮ ਕਰ ਦਿੱਤੀਆਂ ਨੇ। ਇਹ ਸਵਾਲ ਇਸ ਲਈ ਉੱਠ ਰਹੇ ਨੇ ਕਿਉਂਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨਣ 'ਚ ਕੋਈ ਕਸਰ ਨਹੀਂ ਛੱਡੀ ਤੇ ਅੱਗਿਓਂ ਕੈਪਟਨ ਵੀ ਮੁਸਕਰਾਉਂਦੇ ਹੋਏ ਨਜ਼ਰ ਆਏ। ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ 3 ਬਿੱਲ ਪੇਸ਼ ਕੀਤੇ। ਇਸ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਹਿੱਤ 'ਚ ਜੇ ਅਸਤੀਫਾ ਵੀ ਦੇਣਾ ਪਿਆ ਤਾਂ ਉਹ ਤਿਆਰ ਨੇ। ਮੁੱਖ ਮੰਤਰੀ ਦੇ ਇਸ ਸਟੈਂਡ ਦੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਜੰਮ ਕੇ ਪ੍ਰਸ਼ੰਸਾ ਕੀਤੀ। ਸਿੱਧੂ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦੀ ਕਾਲੀ ਰਾਤ ਵਿੱਚ ਕੈਪਟਨ ਸਾਹਿਬ ਦਾ ਵਿਧਾਨ ਸਭਾ ਦਾ ਇੱਕ ਖਾਸ ਸੈਸ਼ਨ ਬੁਲਾਉਣ ਦਾ ਫੈਸਲਾ ਇੱਕ ਚਮਕਦੇ ਸਿਤਾਰੇ ਵਾਂਗ ਹੈ। ਰਾਤ ਜਿੰਨੀ ਕਾਲੀ ਹੁੰਦੀ ਹੈ, ਸਿਤਾਰਾ ਉਨਾ ਹੀ ਚਮਕਦਾ ਹੈ। ਉਹਨਾਂ ਕਿਹਾ ਕਿ ਕੈਪਟਨ ਦਾ ਇਹ ਫੈਸਲਾ ਕੇਂਦਰ ਦੇ ਕਾਲੇ ਕਾਨੂੰਨਾਂ ਤੇ ਚਪੇੜ ਵਾਂਗ ਹੈ, ਜਿਸ ਦੀ ਗੂੰਜ ਪੂਰੇ ਹਿੰਦੁਸਤਾਨ ਤੱਕ ਪਹੁੰਚੀ ਹੈ। ਸਿੱਧੂ ਨੇ ਮੋਦੀ ਸਰਕਾਰ ਨੂੰ ਅਹਿਸਾਨ ਫਰਾਮੋਸ਼ ਦੱਸਦਿਆਂ ਕਿਹਾ ਕਿ ਉਸਨੇ ਮਿਹਨਤਕਸ਼ ਕਿਸਾਨਾਂ ਨੂੰ ਵਰਤ ਕੇ ਸੁੱਟਿਆ, ਪਰ ਕੈਪਟਨ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੇਗੀ। ਮਾਨਯੋਗ ਸਪੀਕਰ ਸਾਹਿਬ, ਮੈਂ ਸਿੰਘ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ। ਰਾਤ ਜਿੰਨੀ ਦੇਖੀ ਹੈ ਸਪੀਕਰ ਸਾਹਿਬ, ਸਿਤਾਰਾ ਉਹ ਨਹੀਂ ਚਮਕਦਾ ਤੇ ਅੱਜ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦਾ ਸੀਐਮ ਸਾਹਿਬ ਦਾ ਨਿਰਣਾ ਇਹ ਇਸ ਕਾਲੇ ਕਾਨੂੰਨਾਂ ਦੀ ਕਾਲੀ ਰਾਤ ਦੇ ਵਿੱਚ ਸਿਤਾਰੇ ਵਾਂਗ ਚਮਕ ਰਿਹਾ ਔਰ ਸੱਚ ਕੁਝ ਇਹ ਸੱਚ ਪੁੱਛੋ ਤੇ ਅੱਜ ਸੰਵਿਧਾਨ ਸਭਾ ਦੇ ਵਿੱਚ ਜੋ ਸੀਐਮ ਸਾਹਿਬ ਦਾ ਨਿਰਣਾ ਹੈ ਇਹ ਸੈਂਟਰ ਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ ਦੇ ਉੱਤੇ ਚਪੇੜ ਬਣ ਕੇ ਔਰ ਇਸ ਚਪੇੜ ਦੀ ਗੂੰਜ ਪੂਰੇ ਹਿੰਦੁਸਤਾਨ ਦੇ ਵਿੱਚ ਗਈ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਗਈ ਹੈ ਤੇ ਤੁਸੀਂ ਮਿਹਨਤ ਦਾ ਸ਼ੁਕਰ ਵਰਤ ਕੇ ਸੁਣਿਆ। ਅਹਿਸਾਨ ਫਰਾਮੋਸ਼ ਕਾਬਿਲੇ ਗੌਰ ਹੈ ਕਿ ਪਹਿਲਾਂ ਕੈਪਟਨ ਤੇ ਬਾਦਲਾਂ 'ਚ ਲੁਕਵੇਂ ਗੱਠਜੋੜ ਦੇ ਆਰੋਪ ਲਗਾਉਣ ਵਾਲੇ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਦੀ ਕੁਰਸੀ ਤੱਕ ਨੂੰ ਠੋਕਰ ਮਾਰ ਦਿੱਤੀ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਵੀ ਬੋਲਚਾਲ ਲਗਭਗ ਬਣਦੀ ਸੀ। ਕਈ ਸਮਾਗਮਾਂ 'ਚ ਆਮਣੇ ਸਾਹਮਣੇ ਹੋਣ ਦੇ ਬਾਵਜੂਦ ਦੋਵੇਂ ਇੱਕ ਦੂਜੇ ਤੋਂ ਮੂੰਹ ਫੇਰ ਲੈਂਦੇ ਸਨ, ਪਰ ਅੱਜ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਉਹਨਾਂ ਦਾ ਵੱਖਰਾ ਹੀ ਰੂਪ ਵੇਖਣ ਨੂੰ ਮਿਲਿਆ। ਸਿੱਧੂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਅਤੇ 3 ਬਿੱਲ ਪੇਸ਼ ਕਰਨ ਤੇ ਮੁੱਖ ਮੰਤਰੀ ਦੀ ਜੰਮ ਕੇ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੀ ਤੁਲਨਾ ਚਮਕਦੇ ਸਿਤਾਰੇ ਨਾਲ ਕਰਦੇ ਨਜ਼ਰ ਆਏ। ਪੰਜਾਬ ਸਰਕਾਰ ਵਿਧਾਨ ਸਭਾ 'ਚ 4 ਬਿੱਲ ਲੈ ਕੇ ਆਈ ਤਾਂ ਜੋ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਨਕਾਰਾ ਕੀਤਾ ਜਾ ਸਕੇ। ਹੁਣ ਚਰਚਾ ਛਿੜ ਗਈ ਹੈ ਕਿ ਕੈਪਟਨ ਸਰਕਾਰ ਦੇ ਇਹ ਬਿੱਲ ਕੀ ਵਾਕਿਆ ਹੀ ਕੇਂਦਰੀ ਕਾਨੂੰਨਾਂ ਤੋਂ ਕਿਸਾਨਾਂ ਦਾ ਹਿੱਤਾਂ ਦਾ ਬਚਾਅ ਕਰ ਸਕਣਗੇ। ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹਨਾਂ ਬਿੱਲਾਂ ਰਾਹੀਂ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇਗੀ। ਸਿੰਗਲਾ ਨੇ ਕਿਹਾ ਕਿ ਕਿਸਾਨਾਂ ਲਈ ਜੇਕਰ ਸਰਕਾਰ ਵੀ ਕੁਰਬਾਨ ਕਰਨੀ ਪਈ ਤਾਂ ਕਾਂਗਰਸ ਇਸ ਦੇ ਲਈ ਤਿਆਰ ਹੈ। ਕੇਂਦਰ ਦੇ ਖੇਤੀ ਕਾਨੂੰਨ ਦੇ ਖਿਲਾਫ ਪੰਜਾਬ ਵਿਧਾਨ ਸਭਾ ਵਿੱਚ 4 ਬਿੱਲ ਪੇਸ਼ ਕੀਤੇ ਗਏ ਨੇ। ਇਹਨਾਂ ਵਿੱਚੋਂ ਇੱਕ ਬਿੱਲ ਵਿੱਚ ਕਿਸਾਨਾਂ ਦੀ MSP ਦੀ ਰਾਖੀ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ।
ਇਸ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਪਾਰੀ ਕਿਸਾਨਾਂ ਤੇ MSP ਤੋਂ ਘੱਟ ਫਸਲ ਵੇਚਣ ਦਾ ਦਬਾਅ ਪਾਉਂਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਦੇ ਨਾਲ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਦੂਜਾ ਬਿੱਲ ਵੀ ਫਸਲਾਂ ਦੀ MSP ਨੂੰ ਲੈ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ MSP ਤੋਂ ਘੱਟ ਖਰੀਦ ਨੂੰ ਬਿਲਕੁਲ ਵੀ ਮਨਜ਼ੂਰੀ ਨਹੀਂ ਦੇਵੇਗੀ। ਇਸ ਤੋਂ ਇਲਾਵਾ ਸੋਧ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਟਰੇਡਰ ਨੇ ਕਿਸਾਨਾਂ ਨੂੰ ਪੇਮੈਂਟ ਦੇਣ ਲਈ ਪਰੇਸ਼ਾਨ ਕੀਤਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਕਿਸਾਨਾਂ ਦੇ ਲਈ ਤੀਜੇ ਬਿੱਲ ਨਾਲ ਅਨਾਜ ਦੀ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇਗਾ। ਇਸੇ ਤਰ੍ਹਾਂ ਚੌਥੇ ਬਿੱਲ ਅਨੁਸਾਰ ਕਿਸਾਨਾਂ ਦੀ 2.5 ਏਕੜ ਤੋਂ ਵੱਧ ਜ਼ਮੀਨ ਅਟੈਚ ਨਹੀਂ ਕੀਤੀ ਜਾ ਸਕੇਗੀ। ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਹਨਾਂ ਬਿੱਲਾਂ ਲਈ ਕੈਪਟਨ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਕਿਸਾਨੀ ਦਾ ਰਾਖਾ ਕਰਾਰ ਦਿੱਤਾ ਹੈ। ਸਿੰਗਲਾ ਮੁਤਾਬਕ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਜੇਕਰ ਪੂਰੀ ਕੈਬਨਿਟ ਨੂੰ ਵੀ ਅਸਤੀਫਾ ਦੇਣਾ ਪਿਆ ਤਾਂ ਉਹ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਜਿਹੜਾ ਸਖਤ ਕਾਨੂੰਨ ਬਣਿਆ ਹੈ ਜਿਸ ਦੇ ਨਾਲ MSP ਨੂੰ ਇਨਸ਼ੋਰ ਕਰਨ ਦੀ ਗੱਲ ਹੋਈ ਹੈ, ਪਰਚਾ ਦਰਜ ਕਰਨ ਦੀ ਗੱਲ ਹੋਈ ਹੈ, ਚਾਹੇ ਬੜੇ ਕਾਰਪੋਰੇਟ ਹਾਊਸਿਸ ਹੋਣ ਤੇ ਚਾਹੇ ਕੋਈ ਇੰਡੀਵਿਜੂਅਲਸ ਹੋਣ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਜਿਹੜੇ ਸੜਕਾਂ ਤੇ ਸਾਡੇ ਕਿਸਾਨ ਵੀਰ ਬੈਠੇ ਹੈ ਉਹਨਾਂ ਦੇ ਹੱਕਾਂ ਵਾਸਤੇ ਇਹ ਗੱਲ ਹੋਈ ਹੈ ਔਰ ਅਸੀਂ ਸਾਰਿਆਂ ਨੇ ਮਿਲ ਕੇ ਇਸ ਲੜਾਈ ਦੇ ਵਿੱਚ ਹਿੱਸਾ ਪਾਇਆ ਔਰ ਖਾਸ ਤੌਰ ਤੇ ਜੋ ਅੱਜ ਕਾਨੂੰਨ ਰੱਦ ਕਰਨ ਦੀ ਗੱਲ ਹੈ ਜਾਂ ਕਾਨੂੰਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਆਪਣਾ ਕਾਨੂੰਨ ਬਣਾਇਆ ਉਸ ਕਿਸਾਨਾਂ ਦੇ ਪੱਖੀ ਔਰ ਹਰ ਵਰਗ ਦੇ ਪੱਖੀ ਬਣਾਇਆ, ਉਸ ਦੇ ਨਾਲ ਵੱਡੇ ਪੱਧਰ ਤੇ ਫਾਇਦਾ ਹੋ। ਕਿਸਾਨ ਆਪਣੇ ਮੰਡੀਆਂ ਵਿੱਚ ਆ ਕੇ ਆਪਣਾ ਝੋਨਾ ਵੇਚਣਗੇ, ਆਪਣੀ ਫਸਲ ਵੇਚਣਗੇ ਔਰ MSP ਤੋਂ ਘੱਟ ਫਸਲ ਵਿਕੂਗੀ ਨਹੀਂ ਔਰ ਜਦੋਂ ਫਸਲ ਵਿਕੂਗੀ ਤਾਂ ਉਸ ਦੇ ਉੱਪਰ ਜਿਹੜਾ ਕੋਈ ਬੰਦਾ ਕੋਈ ਫਸਲ ਨੂੰ MSP ਤੋਂ ਘੱਟ ਖਰੀਦਣ ਦੀ ਗੱਲ ਕਰੂ ਉਹਦੇ ਤੇ ਪਰਚਾ ਦਰਜ ਹੋਊਗਾ। ਤੇ ਸਿੱਧਾ ਜਿਹਾ ਕਾਨੂੰਨ ਹੈ। ਇਸ ਦੇ ਨਾਲ ਹੀ ਸਿੰਗਲਾ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਹੁਣ ਕਿਸਾਨਾਂ ਨੂੰ ਰੇਲ ਪਟੜੀਆਂ ਤੋਂ ਆਪਣੇ ਧਰਨੇ ਹਟਾ ਲੈਣੇ ਚਾਹੀਦੇ ਨੇ ਤਾਂ ਕਿ ਜ਼ਰੂਰਤ ਦੀਆਂ ਜਿਨ੍ਹਾਂ ਚੀਜ਼ਾਂ ਦੀ ਕਮੀ ਪੰਜਾਬ 'ਚ ਹੋ ਰਹੀ ਹੈ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਤੁਸੀਂ ਦੇਖੋ ਸਾਰੇ ਹਿੰਦੁਸਤਾਨ ਦਾ ਕਿਸਾਨ ਪੀੜਾ ਦੇ ਵਿੱਚ ਹੈ, ਦਰਦ ਦੇ ਵਿੱਚ ਹੈ। ਸਾਰੇ ਲੋਕ ਸੜਕਾਂ ਦੇ ਉੱਪਰ ਬੈਠੇ ਹੈ ਔਰ ਉਹ ਸੜਕਾਂ ਦੇ ਉੱਪਰ ਬੈਠ ਕੇ ਆਪਣਾ ਪ੍ਰੋਟੈਸਟ ਕਰ ਰਹੇ ਹੈ। ਅੱਜ ਚਾਹੇ ਮੂਵਮੈਂਟ ਆਫ ਟ੍ਰੇਨਸ ਰੁਕੀ ਹੈ, ਕੋਲਾ ਬੰਦ ਹੋ ਰਿਹਾ ਤਾਂ ਕਿਸਾਨ ਨੂੰ ਨੁਕਸਾਨ ਹੋਊਗਾ ਜਦੋਂ ਬਿਜਲੀ ਨਹੀਂ ਮਿਲਣੀ। तो मैं कहना चाहना ਇਹਦੇ ਨਾਲ ਬਹੁਤ ਵੱਡੇ ਪੱਧਰ ਤੇ ਬਾਕੀ ਦੇ ਨੁਕਸਾਨ ਹੋ ਰਹੇ ਸੀ। ਕਿਸਾਨਾਂ ਨੂੰ ਅਪੀਲ ਕਰੋਗੇ ਕਿ ਹੁਣ ਉੱਠ ਜਾਣ। ਬਿਲਕੁਲ ਮੈਂ ਕਿਸਾਨ ਭਰਾਵਾਂ ਨੂੰ ਇਹ ਗੱਲ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ, ਕਾਂਗਰਸ ਪਾਰਟੀ ਦੀ ਸਰਕਾਰ ਨੇ ਅੱਜ ਫੈਸਲਾ ਕੀਤਾ ਹੈ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ MSP ਤੋਂ ਘੱਟ ਨਹੀਂ ਚੱਕੀ ਜਾਊਗੀ ਔਰ ਜਿਹੜੇ ਲੋਕ ਚੱਕਣਗੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਊਗਾ, ਚਾਹੇ ਉਹ ਸੰਸਥਾ ਹੈ ਚਾਹੇ ਉਹ ਕੋਈ ਇੰਡੀਵਿਜੂਅਲ ਹੈ। तो ਇਸ ਕਰਕੇ ਸੂਬੇ ਦੀ ਆਰਥਿਕਤਾ ਲਈ, सूबे की मजबूती वास्ते, इंडस्ट्री के वास्ते यूरिया की प्रॉपर सप्लाई मिल सके, किसान नूं डीजल मिल सके, कोला मिल सके, बिजली वास्ते, ये सारिया गल्लां नूं देखते हुए सानूं जिहड़ियां एसेंशियल कमोडिटीज़ वास्ते चीज़ां की लोड़ है उस दे उपर किसान वीरां नूं मैं बेनती जरूर करांगा कि अज तुहाडे हक्कां की प्रोटैक्शन वास्ते कैप्टन अमरिंदर सिंह ते कांग्रेस पार्टी सरकार ने फैसला किया। ਦੱਸ ਦਈਏ ਕਿ ਸਦਨ 'ਚ ਇਹਨਾਂ ਬਿੱਲਾਂ ਦੇ ਪਾਸ ਹੋਣ ਦੇ ਬਾਅਦ ਇਹਨਾਂ ਨੂੰ ਰਾਜਪਾਲ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਰਾਜਪਾਲ ਇਹਨਾਂ ਬਿੱਲਾਂ ਤੇ ਆਪਣੇ ਦਸਤਖਤ ਕਰਨਗੇ, ਪਰ ਸਦਨ 'ਚ ਇਹ ਬਿੱਲ ਪੇਸ਼ ਕਰਕੇ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਕਿਸਾਨ ਲੰਬੇ ਸਮੇਂ ਤੋਂ ਸਰਕਾਰ ਤੋਂ ਇਹ ਬਿੱਲ ਪਾਸ ਕਰਨ ਦੀ ਮੰਗ ਕਰ ਰਹੇ ਸਨ। ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਦੀ ਆਮ ਆਦਮੀ ਪਾਰਟੀ ਨੇ ਹਮਾਇਤ ਕੀਤੀ ਹੈ, ਪਰ ਇਸ ਦੇ ਨਾਲ ਹੀ ਆਪ ਆਗੂ ਅਮਨ ਅਰੋੜਾ ਤੇ ਕੁਲਤਾਰ ਸਿੰਘ ਸੰਧਮਾ ਨੇ ਕੈਪਟਨ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਣ ਦੀ ਗਾਰੰਟੀ ਹੋਣੀ ਚਾਹੀਦੀ ਹੈ। ਜੇਕਰ ਕੇਂਦਰ ਸਰਕਾਰ ਜਾਂ ਨਿੱਜੀ ਏਜੰਸੀਆਂ ਫਸਲ ਚੁੱਕਣ ਤੋਂ ਇਨਕਾਰ ਕਰਦੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਸਲ ਖਰੀਦਣੀ ਚਾਹੀਦੀ ਹੈ। ਘੱਟੋ ਘੱਟ ਸਮਰਥਨ ਮੁੱਲ ਤਾਂ ਹੈਗਾ, ਐਸ਼ੋਰਡ ਪਰਚੇਜ਼ ਨਹੀਂ ਹੈਗੀ। ਐਸ਼ੋਰਡ ਪਰਚੇਜ਼ 60 ਸਾਲਾਂ ਦੇ ਵਿੱਚ ਯੂਪੀ ਔਰ ਐਨਡੀਏ ਦੋਨੋਂ ਸਰਕਾਰਾਂ ਰਹਿ ਗਈਆਂ। 1961 ਦੇ ਵਿੱਚ ਇਹ ਬਣਿਆ ਸੀਗਾ, ਉਦੋਂ ਤੱਕ ਕਿਸੇ ਨੇ ਹੁਣ ਤੱਕ ਦਿੱਤੀ ਨਹੀਂ ਹੈਗੀ 60 ਸਾਲਾਂ ਦੇ ਵਿੱਚ ਐਸ਼ੋਰਡ ਪਰਚੇਜ਼ ਦੀ ਗਾਰੰਟੀ। ਉਹ ਜੇ ਕੇਂਦਰ ਵਾਲੇ ਨਹੀਂ ਦਿੰਦੇ ਹੈਗੇ ਉਹ ਪੰਜਾਬ ਸਰਕਾਰ ਦੇ ਉਦੋਂ ਤੱਕ ਉਹਨਾਂ ਨੂੰ ਲੋੜ ਸੀਗਾ, ਚੱਲੀ ਜਾਂਦਾ ਸੀ ਕਿਉਂਕਿ ਸਾਰੇ ਮੁਲਕ ਦਾ ਪੇਟ ਹੈ ਜਿਹੜਾ ਉਹ ਪੰਜਾਬ ਨੇ ਭਰਨਾ ਸੀਗਾ। ਹੁਣ ਉਹ ਕਹਿੰਦੇ ਨੇ ਕਿ ਸਾਡੇ ਕੋਲ 77 ਮਿਲੀਅਨ ਟਨ ਅਨਾਜ ਹੈ ਜਿਹੜਾ ਉਹ ਪਿਆ, ਸਾਨੂੰ ਤੁਹਾਡੀ ਲੋੜ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਕਰੋ ਨਾ ਕਰੋ। ਹੁਣ ਜੇ ਉਹਨਾਂ ਨੇ ਸਾਡੀ ਬਾਂਹ ਛੱਡਤੀ ਤੇ ਅਸੀਂ ਤਾਂ ਆਪਦੇ ਪੈਰਾਂ ਤੇ ਖੜਾ ਹੋਣਾ ਪਊਗਾ ਨਾ ਸਾਨੂੰ, ਤੇ ਉਹ ਖੜਾ ਕਿਵੇਂ ਹੋਇਆ ਜਾ ਸਕਦਾ ਹੈ? ਅਸੀਂ ਇਹ ਕਹੇ ਕਿ ਜਿੰਨਾ ਕੇਂਦਰ ਪਰਚੇਜ਼ ਕਰਦਾ MSP ਦੇ ਉੱਪਰ ਠੀਕ ਹੈ, ਚੰਗੀ ਗੱਲ ਹੈ। ਜੇ ਕੋਈ ਪ੍ਰਾਈਵੇਟ MSP ਤੋਂ ਉੱਪਰ ਪਰਚੇਜ਼ ਕਰਦਾ ਠੀਕ ਹੈ, ਪਰ ਜੇ ਕੋਈ ਇੱਕ ਦਾਣਾ ਵੀ ਬਚ ਜਾਂਦਾ ਤਾਂ ਉਹ ਪੰਜਾਬ ਸਰਕਾਰ ਹੈ ਉਹ ਲੀਗਲ ਰਾਈਟ ਦੇਵੇ ਔਰ ਪਰਚੇਜ਼ ਕਰੇ ਕਿਸਾਨਾਂ ਦੀ ਫਸਲ ਦਾ। CM ਨੂੰ ਇਕੱਠੇ ਕਰਨਾ ਪਏ। ਮੈਂ ਉਹਦੇ ਵਾਸਤੇ ਅੰਦਰ ਕਿਹਾ ਵਿਧਾਨ ਸਭਾ ਦੇ ਵਿੱਚ, ਮੈਂ ਕਿਹਾ ਮੁੱਖ ਮੰਤਰੀ ਸਾਹਿਬ ਤੁਸੀਂ ਘਰੋਂ ਬਾਹਰ ਨਿਕਲੋ, ਸਾਰੇ ਸਰਕਾਰਾਂ ਨਾਲ ਲਓ, ਇੱਕ ਮੋਰਚਾ ਬਣਾਓ ਔਰ ਮੋਦੀ ਸਾਹਿਬ ਨੂੰ ਵੋਟ ਨਹੀਂ ਕਰੀਏ ਤਾਂ ਗੱਲ ਬਣਨੀ, ਨਹੀਂ ਗੱਲਾਂ ਨਾਲ ਕੁਝ ਨਹੀਂ ਹੋਣਾ। ਤੇ ਇਹੋ ਜਿਹਾ ਬਿੱਲ ਤਾਂ ਤੁਸੀਂ 2 ਮਹੀਨੇ ਪਹਿਲਾਂ ਹੀ ਪਾਇਆ ਸੀ, ਉਹ ਆਪਦੇ ਕੋਲ ਰੱਖ ਛੱਡਿਆ। ਅਸੀਂ ਇਸ ਕਰਕੇ ਸਾਥ ਦਿੱਤਾ ਵੀ ਗੱਲ ਤਾਂ ਚੰਗੀ ਹੈ, ਇੱਕ ਏਕਤਾ ਦੀ ਗੱਲ ਤਾਂ ਨਹੀਂ।
ਇਸ ਸਭ ਦਰਮਿਆਨ ਖਬਰ ਇਹ ਵੀ ਹੈ ਕਿ ਖੇਤੀ ਕਾਨੂੰਨਾਂ ਬਾਰੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਇੱਕ ਦਿਨ ਹੋਰ ਵਧਾ ਦਿੱਤਾ ਗਿਆ ਹੈ। ਹੁਣ ਸਦਨ ਦੀ ਕਾਰਵਾਈ ਭਲਕ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕੈਪਟਨ ਸਰਕਾਰ ਨੇ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਸੀ। ਵਿਰੋਧੀ ਧਿਰਾਂ ਦੀ ਆਲੋਚਨਾ ਮਗਰੋਂ ਇਸ ਨੂੰ 2 ਦਿਨ ਦਾ ਕਰ ਦਿੱਤਾ ਗਿਆ। ਅੱਜ ਇਸ ਨੂੰ ਇੱਕ ਦਿਨ ਲਈ ਹੋਰ ਵਧਾ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ 3 ਖੇਤੀ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਦੇ ਵਿਧਾਇਕ ਪੰਜਾਬ ਰਾਜ ਭਵਨ ਪਹੁੰਚੇ। ਅੱਜ ਸਾਰੀਆਂ ਪਾਰਟੀਆਂ ਖੇਤੀ ਬਿੱਲਾਂ ਉੱਪਰ ਇੱਕਮਤ ਨਜ਼ਰ ਆਈਆਂ। ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਫਦ ਸਮੇਤ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਣ ਲਈ ਪਹੁੰਚੇ, ਜਿਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਰਾਜਪਾਲ ਨੂੰ ਦੱਸਿਆ ਹੈ ਕਿ ਕੇਂਦਰੀ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ, ਇਸ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਦਮ ਪੁੱਟਿਆ ਗਿਆ। ਰਾਜਪਾਲ ਵੱਲੋਂ ਪੰਜਾਬ ਸਰਕਾਰ ਵੱਲੋਂ ਪਾਸ ਬਿੱਲ ਤੇ ਦਸਤਖਤ ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਪ੍ਰਸ਼ਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਸਭ ਚੀਜ਼ਾਂ ਸਟੈਪ ਦਰ ਸਟੈਪ ਚੱਲਣਗੀਆਂ। ਸਾਡੀ ਵਿਧਾਨ ਸਭਾ ਨੇ ਯੂਨੈਨਿਮਸਲੀ ਉਹਨਾਂ ਨੂੰ ਰਿਜੈਕਟ ਕੀਤਾ। ਅਸੀਂ ਆਪਣੇ ਤੌਰ ਤੇ ਬਿੱਲ ਅਡਾਪਟ ਕੀਤੇ ਨੇ ਕੁਝ, ਐਂਡ ਅਸੀਂ ਉਹ ਅੱਜ ਸਾਰੇ ਯੂਨੈਨਿਮਸਲੀ ਅੱਜ ਸਾਰੇ ਉਰੇ ਪਹੁੰਚੇ ਨੇ ਰਾਜ ਭਵਨ। ਗਵਰਨਰ ਸਾਹਿਬ ਨੂੰ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹਨਾਂ ਦੀ ਕਾਪੀਆਂ ਦਿੱਤੀਆਂ ਨੇ ਔਰ ਰਿਕੁਐਸਟ ਅਸੀਂ ਕੀਤੀ ਹੈ ਉਹਨਾਂ ਨੂੰ ਕਿ ਇਹਦੀ ਆਪਣੀ ਮਨਜ਼ੂਰੀ ਦੇਣ ਜਿੰਨੀ ਜਲਦੀ ਇਹ ਦੇ ਸਕਦੇ ਨੇ। ਸੋ ਦੈਟ ਇਜ਼ ਇਹ ਮੇਰੇ ਵੱਲੋਂ ਸਾਡੇ ਵੱਲੋਂ ਇਹ ਹੈ। ਮੈਂ ਧੰਨਵਾਦੀ ਹਾਂ ਸਾਰਿਆਂ ਦਾ, ਆਮ ਆਦਮੀ ਪਾਰਟੀ ਦਾ ਹਰਪਾਲ ਜੀ ਦਾ, ਢਿੱਲੋਂ ਸਾਹਿਬ ਦਾ, ਲੋਕ ਇਨਸਾਫ ਪਾਰਟੀ ਦਾ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ 100% ਯੂਨੈਨਿਮਿਟੀ ਸੀ ਹਾਊਸ ਦੇ ਵਿੱਚ ਔਰ ਇੱਕ ਬਹੁਤ ਅੱਛਾ ਲੱਗਦਾ ਹੈ ਇਹ ਜਿਹੜਾ ਆਪਣਾ ਮਾਹੌਲ ਅੱਜ ਬਣਿਆ ਸੀ ਔਰ ਸਾਰੀ ਪੰਜਾਬ ਕਿਸਾਨੀ ਦੇ ਹੱਕ ਵਿੱਚ। ਔਰ ਸਿਰਫ ਪੰਜਾਬ ਕਿਸਾਨੀ ਨਹੀਂ, ਇਹਦਾ ਅਸਰ ਹਰਿਆਣੇ ਜਾਓ, ਰਾਜਸਥਾਨ ਜਾਓ, ਜਿੱਥੇ ਜਿੱਥੇ ਕਿਸਾਨ ਵਸਦੇ ਨੇ ਔਰ 80% ਹਿੰਦੁਸਤਾਨ ਪਿੰਡਾਂ 'ਚ ਰਹਿੰਦਾ, ਉਹ ਸਾਰਿਆਂ ਨੂੰ ਆਵਾਜ਼ ਸਾਡੀ ਪਹੁੰਚ ਚੁੱਕੀ ਹੈ। ਲੋਕ ਦੇਖੋ ਗੱਲ ਹੈ, ਪਹਿਲਾਂ ਗਵਰਨਰ ਸਾਹਿਬ ਕੋਲ ਜਾਂਦਾ, ਦੈਨ ਇਟ ਗੋਜ਼ ਟੂ ਰਾਸ਼ਟਰਪਤੀ ਜੀ, ਫਿਰ ਇਹ ਬਿੱਲ ਬਣਦਾ ਨਹੀਂ ਹੈ। ਦੈਨ ਵੀ ਹੈਵ ਦੀ ਅਦਰ ਮੈਥਡ ਵਿਚ ਇਜ਼ ਦ ਲੀਗਲ ਮੈਥਡਸ। ਅਗਰ ਕਨਸਟੀਟਿਊਸ਼ਨਲ ਹੈਡ ਸਾਡੇ ਨਹੀਂ ਸਾਈਨ ਕਰਨਗੇ, ਆਈ ਐਮ ਹੋਪਫੁਲ ਕਿ ਗਵਰਨਰ ਸਾਹਿਬ ਇਸ ਨੂੰ ਜ਼ਰੂਰ ਧਿਆਨ ਦੇਣਗੇ, ਬਿਕੋਜ਼ ਇਟ ਇਜ਼ ਯੂਨੈਨਿਮਸ ਐਂਡ ਇਜ਼ ਗਵਰਨਰ ਐਂਡ ਪੰਜਾਬ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚੋਂ ਆਈ ਹੈ। ਐਜ਼ ਗਵਰਨਰ ਆਫ ਪੰਜਾਬ ਹੀ ਸ਼ੁੱਡ ਡੂ ਦਿਸ। ਔਰ ਮੈਂ ਅਸੀਂ ਟਾਈਮ ਵੀ ਮੰਗਿਆ ਹੁਣ ਰਾਸ਼ਟਰਪਤੀ ਜੀ ਤੋਂ ਆਲਰੇਡੀ ਕਿ 2 ਔਰ 5 ਨਵੰਬਰ ਦੇ ਦਰਮਿਆਨ, ਮੈਂ ਸੁਣਿਆ ਉਹਨਾਂ ਨੂੰ ਟਾਈਮ ਹੈ, ਉਹ ਸਾਨੂੰ ਕੋਈ ਟਾਈਮ ਦੇ ਰਹੇ। ਸਾਰਾ ਵਿਧਾਨ ਸਭਾ ਉੱਥੇ ਜਾਊਗਾ, ਉਹਨਾਂ ਨੂੰ ਮਿਲੇਗਾ। ਸਰ ਕੋਈ ਤੁਸੀਂ ਟਾਈਮ ਮੁਕਰਰ ਕੀਤਾ ਕਿ ਕਿੰਨੇ ਦੇਰ ਤੁਸੀਂ ਵੇਟ ਕਰੋਗੇ ਇਹਦੇ ਵਾਸਤੇ? 2 to 5 ਵੀ ਗੋਇੰ ਟੂ ਸੀ ਦ ਪ੍ਰੈਜ਼ੀਡੈਂਟ। ਉਦੋਂ ਤਾਈਂ ਇਹਨਾਂ ਦੇ ਕੋਲ 2 ਹਫ਼ਤੇ ਹੈ ਐਂਡ ਦੈਨ ਵੀ ਵਿਲ ਸੀ ਦ ਪ੍ਰੈਜ਼ੀਡੈਂਟ। ਇਫ ਨਾਟ then there is always a legal remedy। ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਪੇਸ਼ ਕੀਤੇ ਜਾ ਰਹੇ ਸਨ, ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਬਿੱਲ ਪਾਸ ਹੋਣ ਨਾਲ ਇਹ ਲੜਾਈ ਖਤਮ ਹੋਣ ਵਾਲੀ ਨਹੀਂ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਇਹ ਸਿਰਫ ਕਿਸਾਨਾਂ ਦੀ ਇਖਲਾਕੀ ਜਿੱਤ ਹੈ। ਅਸਲੀ ਜਿੱਤ ਉਦੋਂ ਹੋਵੇਗੀ ਜਦੋਂ ਸੁਪਰੀਮ ਕੋਰਟ ਕੇਂਦਰੀ ਕਾਨੂੰਨਾਂ ਨੂੰ ਰੱਦ ਕਰੇਗੀ ਜਾਂ ਕੇਂਦਰ ਸਰਕਾਰ ਆਪ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇਗੀ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਆਖਰੀ ਜਿੱਤ ਮਿਲਣ ਤੱਕ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਖੇਤੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਵਿਧਾਨ ਸਭਾ ਅੰਦਰ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨ ਨਾਲ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ। ਉਹ ਮਜੀਠਾ ਵਿੱਚ ਕਿਸਾਨਾਂ ਦੇ ਧਰਨੇ 'ਚ ਸ਼ਮੂਲੀਅਤ ਕਰ ਰਹੇ ਸਨ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਅਗਨ ਭੇਟ ਕਰਕੇ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਵਿਧਾਨ ਸਭਾ 'ਚ ਬਿੱਲ ਪਾਸ ਹੋਣਾ ਕਿਸਾਨਾਂ ਦੀ ਸਿਰਫ ਅਖਲਾਕੀ ਜਿੱਤ ਹੈ। ਅਸਲ ਜਿੱਤ ਕਿਸਾਨਾਂ ਦੇ ਸੰਘਰਸ਼ 'ਚੋਂ ਨਿਕਲੇਗੀ ਅਤੇ ਉਹ ਉਦੋਂ ਹੀ ਪ੍ਰਾਪਤ ਮੰਨੀ ਜਾਵੇਗੀ ਜਦੋਂ ਸੁਪਰੀਮ ਕੋਰਟ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰੇਗਾ। ਪੰਧੇਰ ਨੇ ਕਿਹਾ ਕਿ ਪਹਿਲਾਂ ਪਾਣੀਆਂ ਦੇ ਮਸਲੇ ਤੇ ਵੀ ਇਸੇ ਤਰ੍ਹਾਂ ਬਿੱਲ ਪਾਸ ਕਰਕੇ ਕੈਪਟਨ ਨੂੰ ਪਾਣੀਆਂ ਦਾ ਰਾਖਾ ਕਰਾਰ ਦਿੱਤਾ ਗਿਆ, ਜਦਕਿ ਸੁਪਰੀਮ ਕੋਰਟ 'ਚ ਪੰਜਾਬ ਦੇ ਖਿਲਾਫ ਫੈਸਲਾ ਆਉਣ ਤੋਂ ਬਾਅਦ ਅਜੇ ਭੰਬਲ ਭੂਸੇ ਦੀ ਸਥਿਤੀ ਬਣੀ ਹੋਈ ਹੈ। ਉਹਨਾਂ ਖਦਸ਼ਾ ਜਤਾਇਆ ਕਿ ਇਸ ਵਾਰ ਵੀ ਕੈਪਟਨ ਨੂੰ ਕਿਸਾਨੀ ਦਾ ਰਾਖਾ ਕਰਾਰ ਦੇ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਕਿਸੇ ਭਰਮ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਅਸੀਂ ਮਜੀਠੇ ਦੇ ਨੇੜੇ ਆ ਪਿੰਡ ਹਮਜਾ ਮੋੜ ਤੇ ਜਿਹੜੀ
ਅੰਮ੍ਰਿਤਸਰ ਤੇ ਫਤਿਹਗੜ੍ਹ ਚੂੜੀਆਂ ਨੂੰ ਰੋਡ ਜਾਂਦੀ ਹੈ ਉਹਦਾ ਚੌਂਕ ਜਾਮ ਕਰਕੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਸੀ। ਰੋਸ ਮਾਰਚ ਕਰਕੇ ਇਹ ਅਰਥੀ ਫੂਕੀ ਆ, ਆਪਣੇ ਰੋਸ ਮਾਰਚ ਨੂੰ ਹੋਰ ਰੋਸ ਨੂੰ ਤੇਜ਼ ਕੀਤਾ ਸੰਘਰਸ਼ ਨੂੰ। ਇਹਦੇ ਨਾਲ ਜਿਹੜਾ ਵਿਧਾਨ ਸਭਾ ਵਿੱਚ ਇਜਲਾਸ ਆ ਰਿਹਾ ਵਾ, ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਉਹ ਅਖਲਾਕੀ ਤੌਰ ਤੇ ਪੰਜਾਬੀਆਂ ਦੀ ਜਿੱਤ ਹੋਊਗੀ, ਪਰ ਇਹ ਕੋਈ ਕਾਨੂੰਨਾਂ ਨੂੰ ਰੱਦ ਕਰਾਉਣ ਵਾਲੀ ਮਸਲਾ ਹੱਲ ਹੋ ਜਾਊਗਾ। ਇਹ 'ਚ ਭਰਮ 'ਚ ਨਾ ਆਇਓ। 2004 ਦੇ ਵਿੱਚ ਵੀ ਪਾਣੀਆਂ ਦਾ ਰਾਖਾ ਖਵਾ ਕੇ ਪਰ ਉਹ ਕਾਨੂੰਨ ਸੁਪਰੀਮ ਕੋਰਟ 'ਚ ਜਾ ਕੇ ਫੇਲ ਹੋ ਗਿਆ ਸੀਗਾ। ਇਸ ਕਿਸਮ ਦਾ ਪ੍ਰਚਾਰ ਮਾਧਿਅਮਾਂ 'ਚ ਪ੍ਰਚਾਰ ਆ ਸਕਦਾ ਵਾ, ਇਹ ਸੁਪਰੀਮ ਕੋਰਟ ਨੇ ਅੰਤਮ ਫੈਸਲਾ ਕਰਨਾ ਵਾ, ਪਰ ਮਸਲੇ ਦਾ ਹੱਲ ਪੰਜਾਬ ਦੇ ਲੋਕਾਂ ਦਾ ਸੰਘਰਸ਼ ਆ। ਲੋਕਾਂ ਦੇ ਸੰਘਰਸ਼ਾਂ ਦੇ ਥਰੂ ਇਹ ਕਾਨੂੰਨ ਰੱਦ ਕਰਾਵਾਂਗੇ। ਸਰਵਨ ਸਿੰਘ ਪੰਧੇਰ ਨੇ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਸਿਆਸੀ ਪਾਰਟੀਆਂ ਦੇ ਆਪਸੀ ਟਕਰਾਅ ਤੇ ਵੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਸਿਆਸੀ ਪਾਰਟੀਆਂ ਕੇਂਦਰ ਨੂੰ ਆਪਣੀ ਇਕਜੁੱਟਤਾ ਦਾ ਸੰਦੇਸ਼ ਦੇਣ 'ਚ ਨਾਕਾਮਯਾਬ ਰਹੀਆਂ। ਪੰਧੇਰ ਦਾ ਮੰਨਣਾ ਹੈ ਕਿ ਆਖਰੀ ਜਿੱਤ ਕਿਸਾਨਾਂ ਨੂੰ ਆਪਣੇ ਸੰਘਰਸ਼ ਤੋਂ ਹੀ ਪ੍ਰਾਪਤ ਹੋਵੇਗੀ। ਇਸ ਦੇ ਲਈ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਇਸ ਮਾਮਲੇ 'ਚ ਢਿੱਲੇ ਨਾ ਪੈਣ ਅਤੇ ਕੇਂਦਰ ਖਿਲਾਫ ਤਗੜੇ ਹੋ ਕੇ ਲੜਾਈ ਲੜਨ ਦੀ ਅਪੀਲ ਕੀਤੀ ਹੈ। ਖੇਤੀ ਕਾਨੂੰਨਾਂ ਖਿਲਾਫ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਖੇਤੀ ਬਿੱਲ ਵੀ ਪੇਸ਼ ਕੀਤੇ ਗਏ, ਜਿਸ 'ਚ ਕਿਸਾਨਾਂ ਦੇ ਹੱਕ ਦੀਆਂ ਕਈ ਗੱਲਾਂ ਕੀਤੀਆਂ ਗਈਆਂ ਨੇ। ਇਹਨਾਂ ਬਿੱਲਾਂ ਬਾਰੇ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਫਿਲਹਾਲ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਬਿੱਲਾਂ ਨੂੰ ਤਫਸੀਲ 'ਚ ਪੜ੍ਹਿਆ ਜਾਵੇਗਾ, ਜਿਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਜਿਹੜਾ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਆਪਣੇ ਪੰਜਾਬ ਸਰਕਾਰ ਨੇ, ਉਹ ਕੱਲ੍ਹ ਨੂੰ ਸਾਡੀਆਂ ਜਿਹੜੀਆਂ 30 ਜਥੇਬੰਦੀਆਂ ਨੇ ਕੱਲ੍ਹ ਨੂੰ 21 ਤਰੀਕ ਨੂੰ ਸਾਡੀ ਜਿਹੜਾ ਕੱਲ੍ਹ ਮੰਗਲਵਾਰ ਜਿਹੜੀ ਬੁੱਧਵਾਰ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਸਾਰਾ ਉਹ ਵਿਚਾਰ ਕੇ ਫਿਰ ਉਹ ਦੱਸਣਗੀਆਂ ਵੀ ਸਾਡੇ ਉਹ ਹੱਕ 'ਚ ਆ ਕਿ ਜਾਂ ਨਹੀਂ ਹੱਕ 'ਚ। ਜਿੰਨਾ ਚਿਰ ਜਥੇਬੰਦੀਆਂ ਮੀਟਿੰਗ ਨਹੀਂ ਕਰਦੀਆਂ, ਉਹ ਅੱਗੋਂ ਜਿਹੜੀਆਂ ਸਾਨੂੰ ਸੁਝਾਅ ਜੋ ਵੀ ਮੈਸੇਜ ਉਹਨਾਂ ਦਾ ਆਏਗਾ, ਜ਼ਿਲ੍ਹਿਆਂ ਨੂੰ ਬਲਾਕਾਂ ਨੂੰ ਆਏਗਾ, ਉਹ ਜੋ ਪ੍ਰਧਾਨ ਜੀ ਦੱਸਣਗੇ ਉਹ ਪੇਸ਼ ਕੀਤਾ ਜਾਏਗਾ। ਮੋਟੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬਿੱਲ ਦੇ ਵਿੱਚ ਰੱਖਿਆ ਗਿਆ, ਉਹਨਾਂ ਵੱਲੋਂ ਕਿਹਾ ਗਿਆ ਕਿ MSP ਤੋਂ ਥੱਲੇ ਖਰੀਦ ਕਰਨ ਵਾਲੇ ਨੂੰ 3 ਸਾਲ ਦੀ ਸਜ਼ਾ ਹੋਵੇਗੀ। ਸਜ਼ਾ ਦਾ ਪ੍ਰਾਵਧਾਨ ਰੱਖਿਆ ਗਿਆ ਉਹਦੇ ਵਿੱਚ। ਉਹਦੇ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਕਿਸਾਨਾਂ ਦੇ ਨਾਲ ਧੱਕਾ ਹੋਏਗਾ ਤੇ ਉਹ ਅਦਾਲਤ ਦੇ ਵਿੱਚ ਵੀ ਜਾਣਗੇ। ਇਹਦੇ ਨਾਲ ਹੀ ਪੂਰੇ ਸੂਬੇ ਨੂੰ ਸਰਕਾਰੀ ਮੰਡੀ ਵੀ ਐਲਾਨ ਦਿੱਤਾ ਗਿਆ। ਤੁਹਾਨੂੰ ਕੀ ਨਜ਼ਰ ਆ ਰਿਹਾ ਇਹ ਤੋਂ? ਉਹਦੇ ਵਿੱਚ ਦੇਖੋ, ਜੇ ਪੰਜਾਬ ਸਰਕਾਰ ਨੇ ਤੇ ਦੇਖੋ ਇਹ ਮੱਦਾਂ ਰੱਖੀਆਂ ਨੇ, ਇਹਨੂੰ ਅੱਗੇ ਸੈਂਟਰ ਨੇ ਪਾਸ ਕਰਨਾ ਨਹੀਂ ਕਰਨਾ। ਜਿੰਨਾ ਚਿਰ ਦੇਖੋ ਜਿਹੜਾ ਸਾਡਾ 3 ਆਰਡੀਨੈਂਸ ਆ ਉਹਨਾਂ ਚਿਰ ਰੱਦ ਨਹੀਂ ਹੁੰਦੇ, ਜਾਂ ਜਿਹੜਾ ਆਪਣੇ ਲੋਕ ਅਦਾਲਤਾਂ 'ਚ ਨਹੀਂ ਜਾਂਦੇ, ਜਾਂ ਜਿਹੜੀ ਬਿਜਲੀ ਜਿਹੜੀ ਸਾਡੀ ਆ ਉਹ ਸੈਂਟਰ ਨੂੰ ਆਪਾਂ ਨਹੀਂ ਦੇਣੀ ਚਾਹੁੰਦੇ, ਉਹ ਜਿੰਨਾ ਚਿਰ ਸਾਡਾ ਪਾਸ ਨਹੀਂ ਹੁੰਦਾ, ਜਿੰਨਾ ਚਿਰ ਰੱਦ ਨਹੀਂ ਹੁੰਦੇ ਜਿਹੜਾ ਸੈਂਟਰ ਸਰਕਾਰ ਕਰਦੀ, ਉਹਨਾਂ ਚਿਰ ਜਿਹੜੇ ਕਿਸਾਨ ਆ ਰੇਲਾਂ 'ਤੇ ਬੈਠੇ ਰਹਿਣਗੇ, ਰਿਲਾਇੰਸ ਪੰਪ ਬੰਦ ਰਹਿਣਗੇ, ਜਾਂ ਹੋਰ ਵੱਡੇ ਅਡਾਨੀ ਦੇ ਪੰਪ ਜਿਹੜੇ ਆ ਮੌਲ ਆ ਉਹ ਬੰਦ ਕੀਤੇ ਜਾਣਗੇ। ਸਾਡਾ ਸੰਘਰਸ਼ ਜਿਹੜਾ ਇੱਦਾਂ ਹੀ ਚੱਲਦਾ ਰਹੇਗਾ। ਕਿਸਾਨ ਜਥੇਬੰਦੀਆਂ ਬਿੱਲ ਅਜੇ ਠੀਕ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਅਗਲੀ ਰਣਨੀਤੀ ਬਣਾਉਣ ਦੀ ਗੱਲ ਕਹਿ ਰਹੀਆਂ ਨੇ, ਪਰ ਕੈਪਟਨ ਸਰਕਾਰ ਵੱਲੋਂ ਅੱਜ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਕਾਂਗਰਸੀ ਵਰਕਰ ਕਾਫੀ ਉਤਸ਼ਾਹਿਤ ਨਜ਼ਰ ਆਏ। ਮਲੋਟ 'ਚ ਕਾਂਗਰਸੀ ਵਰਕਰਾਂ ਨੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਬੇਟੇ ਤੇ ਕਾਂਗਰਸ ਦੇ ਹਲਕਾ ਇੰਚਾਰਜ ਅਮਨਦੀਪ ਸਿੰਘ ਭੱਟੀ ਦੀ ਅਗਵਾਈ 'ਚ ਲੱਡੂ ਵੰਡੇ ਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ। ਅਸੀਂ ਉਹਦੇ ਬਾਰੇ ਬਹੁਤ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਕਿਹੜੇ ਸਾਡੇ ਕਿਸਾਨ ਵਿਚਾਰੇ ਬਹੁਤ ਇਸ ਦਿੱਕਤ 'ਚ ਆ ਗਏ ਸੀਗੇ, ਉਹਨਾਂ ਨੂੰ ਸਾਰਾ ਆਪਦੇ ਸੰਘਰਸ਼ ਕਰਨੇ ਪੈ ਰਹੇ ਸੀਗੇ। ਹੁਣ ਸਾਨੂੰ ਇਸ ਤੋਂ ਇਹ ਰਾਹਤ ਮਿਲੂਗੀ, ਕਿਹੜੇ ਸਾਡੇ ਕਿਸਾਨ ਹੈਗੇ ਆ ਉਹਨਾਂ ਨੂੰ ਆਪਦੇ ਫਿਕਸ ਰੇਟ ਤੇ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਉਹਦੀ ਲੁੱਟ ਖਸੁੱਟ ਨਹੀਂ ਹੋ ਸਕਦੀ ਸਾਡੇ ਜ਼ਿਮੀਂਦਾਰ ਦੀ। ਉਹਦਾ ਕਰਕੇ ਅਸੀਂ ਮਹਾਰਾਜ ਸਾਹਿਬ ਦਾ ਪਹਿਲਾਂ ਉਹਨਾਂ ਨੇ ਪਾਣੀਆਂ ਦੇ ਬਾਰੇ ਇਹ ਫੈਸਲਾ ਲਿਆ ਸੀਗਾ, ਕਿਹੜਾ ਹੁਣ ਉਹਨਾਂ ਨੇ ਫਸਲੀ ਇਹ ਫੈਸਲਾ ਲਿਆ। ਇਸ ਸਭ ਦਰਮਿਆਨ ਜਲੰਧਰ ਪਹੁੰਚੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਯੂਨੀਅਨ ਮੰਤਰੀ ਵਿਜੇ ਸਾਂਪਲਾ ਨੂੰ ਜਲੰਧਰ 'ਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਵਿਜੇ ਸਾਂਪਲਾ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਉਹਨਾਂ ਦਾ ਘਿਰਾਓ ਕੀਤਾ। ਕਿਸਾਨਾਂ ਮੁਤਾਬਕ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਕਾਰੋਬਾਰੀ ਘਰਾਣਿਆਂ ਨੂੰ ਦੇਣ ਲਈ ਕਾਨੂੰਨ ਬਣਾਏ ਤੇ ਪੰਜਾਬ ਵਿੱਚ ਭਾਜਪਾ ਆਗੂ ਉਲਟਾ ਕਿਸਾਨਾਂ ਨੂੰ ਹੀ ਗੁੰਮਰਾਹ ਹੋਏ ਦੱਸ ਰਹੇ ਨੇ। ਬਿਲਕੁਲ ਜੀ, ਇਹ ਬੀਜੇਪੀ ਲੀਡਰਾਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਜੇ ਇਹਨਾਂ ਨੇ ਸਾਨੂੰ ਸਮਝਾਉਣਾ ਹੁੰਦਾ ਨਾ, ਕਿਸਾਨਾਂ ਨੂੰ ਸਮਝਾਉਣਾ ਹੁੰਦਾ ਤੇ ਸਾਡੇ ਧਰਨਿਆਂ ਵਿੱਚ ਆ ਕੇ ਸਾਡੇ ਨਾਲ ਗੱਲ ਕਰਦੇ
ਇਹ ਸਰਕਾਰੀ ਛਤਰਛਾਇਆ ਹੇਠ, ਪੰਜਾਬ ਪੁਲਿਸ ਦੀ ਛਤਰਛਾਇਆ ਹੇਠ ਜਾਣਬੁੱਝ ਕੇ ਸਾਡੇ ਨੌਜਵਾਨਾਂ ਨੂੰ ਉਕਸਾਉਂਦੇ ਨੇ ਤਾਂ ਕਿ ਉਹ ਜ਼ਾਬਤੇ ਤੋਂ ਬਾਹਰ ਹੋਣ ਤੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰੀਏ। ਪਰ ਸਾਡਾ ਨੌਜਵਾਨ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈ ਰਿਹਾ, ਪਰ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਦਿਨੋਂ ਦਿਨ। ਇਹਨਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਨੇ ਜੋ ਸਾਡੇ ਧਰਨਿਆਂ ਨੂੰ ਬਦਨਾਮ ਕਰਦੀਆਂ। ਇਹ ਹਰ ਇੱਕ ਸ਼ਹਿਰ ਵਿੱਚ ਆ ਕੇ ਜਾਣਬੁੱਝ ਕੇ ਇਹੋ ਜਿਹਾ ਮਾਹੌਲ ਪੈਦਾ ਕਰਦੇ ਨੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਜੇ ਤਾਂ ਇਹਨਾਂ ਨੇ ਕੋਈ ਗੱਲ ਕਰਨੀ ਆ, ਪਹਿਲੀ ਤਾਂ ਇਹ ਗੱਲ ਕਰਨ ਤੋਂ ਮੁਨਕਰ ਨੇ, ਕਿਉਂਕਿ ਸਾਡੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਦਿੱਲੀ ਵਿੱਚ ਸੱਦ ਕੇ ਇਹ ਗੱਲਬਾਤ ਤੋਂ ਭੱਜੇ ਨੇ ਤੇ ਹੁਣ ਸ਼ਹਿਰਾਂ ਵਿੱਚ ਆ ਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਇਹ ਇਹੋ ਜਿਹੇ ਲੋਕ ਨੇ ਜਿਹੜੇ ਅੱਗ ਲਾ ਕੇ ਤੇ ਪੰਜਾਬ ਦਾ ਬਲਦੀ ਦਾ ਤਮਾਸ਼ਾ ਦੇਖਣਾ ਚਾਹੁੰਦੇ ਨੇ। ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ, ਨਾਲ ਦੀ ਨਾਲ ਕੈਪਟਨ ਸਰਕਾਰ ਨੂੰ ਵੀ। ਬੇਸ਼ੱਕ ਉਹਨਾਂ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਕਿਸਾਨਾਂ ਦੇ ਹੱਕ ਵਿੱਚ, ਪਰ ਨਾਲ ਦੀ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ, ਜਿੰਨਾ ਚਿਰ ਪੰਜਾਬ ਵਿੱਚੋਂ ਹਰਿਆਣੇ ਵਿੱਚੋਂ ਬਿੱਲ ਵਾਪਸ ਨਹੀਂ ਲੈਂਦੇ, ਬੀਜੇਪੀ ਦੇ ਲੀਡਰਾਂ ਦੀਆਂ ਔਰ ਇਹਨਾਂ ਦੇ ਆਗੂਆਂ ਦੀਆਂ ਪੰਜਾਬ ਵਿੱਚੋਂ ਕਾਨਫਰੰਸਾਂ ਤੇ ਮੁਕੰਮਲ ਤੌਰ ਤੇ ਰੋਕ ਲਾਈ ਜਾਵੇ। ਹਰਿਆਣਾ ਦੇ ਬਰੋਦਾ ਜ਼ਿਮਨੀ ਚੋਣ ਤੋਂ ਪਹਿਲਾਂ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਏ। ਜੀਂਦ 'ਚ ਬੀਜੇਪੀ ਲੀਡਰ ਤੇ ਜੁਲਾਨਾ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਪਰਮਿੰਦਰ ਢੁੱਲ ਨੇ ਅੱਜ ਪਾਰਟੀ ਨੂੰ ਅਲਵਿਦਾ ਕਹਿਤਾ। ਢੁੱਲ ਨੇ 3 ਖੇਤੀ ਕਾਨੂੰਨਾਂ ਖਿਲਾਫ ਅਸਤੀਫਾ ਦਿੱਤਾ ਏ। ਕੇਂਦਰ ਦੇ 3 ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥ 'ਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਬੀਜੇਪੀ, ਜੇਜੇਪੀ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਬੀਜੇਪੀ 'ਚ ਘੁੱਟਣ ਮਹਿਸੂਸ ਕਰ ਰਿਹਾ ਹਾਂ, ਇਸ ਲਈ ਪਾਰਟੀ ਛੱਡ ਰਿਹਾ ਹਾਂ। ਨਾਲ ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਮੇਂ 'ਚ ਬੇਸ਼ੱਕ ਖੂਬ ਵਿਦੇਸ਼ੀ ਯਾਤਰਾਵਾਂ ਕੀਤੀਆਂ, ਇਹ ਯਾਤਰਾਵਾਂ ਸਿਰਫ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਹੱਥ 'ਚ ਸੌਂਪਣ ਲਈ ਕੀਤੀਆਂ ਗਈਆਂ ਸਨ। ਉਹਨਾਂ ਵਿਦੇਸ਼ਾਂ 'ਚ ਦੇਖਿਆ ਕਿਸਾਨਾਂ ਨੂੰ ਕਿਵੇਂ ਪੂੰਜੀਪਤੀਆਂ ਦੇ ਹੱਥ 'ਚ ਸੌਂਪਿਆ ਜਾਵੇ। ਉਹਨਾਂ ਕਿਹਾ ਕਿ ਬੀਜੇਪੀ ਲੀਡਰਾਂ ਨੂੰ ਓਪਨ ਪਲੇਟਫਾਰਮ ਤੇ ਆ ਕੇ ਇਹਨਾਂ ਕਾਨੂੰਨਾਂ ਤੇ ਬਹਿਸ ਕਰਨੀ ਚਾਹੀਦੀ ਹੈ। ਉਹ ਕਿਸ ਪਾਰਟੀ ਜਾਣਗੇ, ਫਿਲਹਾਲ ਇਹ तय नहीं है। आज भारतीय जनता पार्टी और जननायक जनता पार्टी के हाथ में तीनों कानून आने के बाद जो 2 किसानों से सीधे जुड़े हैं, तीसरा उपभोक्ता के रूप में पूरे देश से जुड़ा है, जिसके अंदर व्यवस्था जो चल रही थी उस व्यवस्था को तोड़ने का काम किया। मैं इसके बिल्कुल खिलाफ और मैं अपने आप को किसान का बेटा होने के नाते मैं आज आपके सामने, क्योंकि मैं घुटन महसूस कर रहा हूं कि भारतीय जनता पार्टी और जननायक जनता पार्टी जो किसान के हितैषी होने का दावा करती थी, आज जो किसान के पक्ष में नहीं है, किसान को बर्बाद करने चले हैं। मैं अपने आप को भारतीय जनता पार्टी में असहज महसूस करके और मैं भारतीय जनता पार्टी से आज मैं प्राथमिक सदस्यता त्याग पत्र दे रहा हूं और आगामी जीवन हम किसान की लड़ाई लड़ने के लिए, किसान के भले के लिए काम करने के लिए और किसान के साथ संघर्ष करने के लिए, कमेरे के साथ संघर्ष करने के लिए, मजदूर के साथ संघर्ष करने के लिए जो आज तीनों कानून के द्वारा उजड़ने निश्चित है। हम अपने आप को किसान के साथ खड़ा करके उनकी लड़ाई लड़ने का काम करेंगे। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਪੰਜਾਬ ਵਿਧਾਨ ਸਭਾ 'ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਮਤਾ ਇੱਕਮਤ ਨਾਲ ਪਾਸ। ਕੈਪਟਨ ਸਰਕਾਰ ਨੇ ਇੱਕ ਦਿਨ ਹੋਰ ਵਧਾਈ ਇਸ ਖਾਸ ਇਜਲਾਸ ਦੀ ਕਾਰਵਾਈ। ਕੈਪਟਨ ਦੀ ਕੇਂਦਰ ਨੂੰ ਵੱਡੀ ਚੁਣੌਤੀ, ਕਿਹਾ ਅਸਤੀਫਾ ਮੇਰੀ ਜੇਬ 'ਚ, ਡਿਸਮਿਸ ਕਰਨਾ ਹੈ ਤਾਂ ਕਰੋ, ਮੈਂ ਪਿੱਛੇ ਨਹੀਂ ਹਟਾਂਗਾ। ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ 'ਚ ਕੈਪਟਨ ਦੀ ਕੀਤੀ ਤਾਰੀਫ। ਕੈਪਟਨ ਸਰਕਾਰ ਦੇ ਫੈਸਲੇ ਨੂੰ ਦੱਸਿਆ ਮੋਦੀ ਸਰਕਾਰ ਦੇ ਮੂੰਹ ਤੇ ਚਪੇੜ। ਆਮ ਆਦਮੀ ਪਾਰਟੀ ਨੇ ਕੀਤੀ ਕੈਪਟਨ ਦੇ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਮਤੇ ਦਾ ਸਮਰਥਨ। ਅਮਨ ਅਰੋੜਾ ਤੇ ਕੁਲਤਾਰ ਸੰਧਵਾ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਣ ਦੀ ਗਰੰਟੀ ਹੋਣੀ ਚਾਹੀਦੀ ਏ। ਅਤੇ ਕਿਸਾਨ ਜਥੇਬੰਦੀਆਂ ਕੱਲ ਕਰਨਗੀਆਂ ਚੰਡੀਗੜ੍ਹ 'ਚ ਮੀਟਿੰਗ। ਕਿਸਾਨ ਅੰਦੋਲਨ ਦੀ ਅਗਲੀ ਰੂਪਰੇਖਾ ਬਾਰੇ ਕੀਤਾ ਜਾਏਗਾ ਵੱਡਾ ਫੈਸਲਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।